हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਫੇਰ ਤੋਂ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ ਤੇ ਅੱਜ ਦਾ ਟੌਪਿਕ ਰਹੇਗਾ ਰੀਟਨ ਲੈਕਚਰ ਪਾਰਟ 2। ਤੇ ਅੱਜ ਆਪਾਂ ਗੱਲ ਕਰਾਂਗੇ ਕਿ ਜਦੋਂ ਆਪਾਂ ਬੋਲਦੇ ਹਾਂ ਰੀਟਨ ਲੈਕਚਰ ਨੂੰ ਤਾਂ ਆਪਾਂ ਉਸ ਟਾਈਮ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਕਿਹੜੇ ਪੁਆਇੰਟ ਸਾਡੇ ਦਿਮਾਗ ਦੇ ਵਿੱਚ ਹੋਣੇ ਚਾਹੀਦੇ ਨੇ ਜਦੋਂ ਤੁਸੀਂ ਬੋਲਦੇ ਹੋ। ਤੇ ਕੱਲ ਮੈਂ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਜਦੋਂ ਤੁਸੀਂ ਲਿਸਨਿੰਗ ਕਰ ਰਹੇ ਹੋ, ਜਦੋਂ ਤੁਸੀਂ ਆਡੀਓ ਜਾਂ ਵੀਡੀਓ ਲੈਕਚਰ ਸੁਣ ਰਹੇ ਹੋ ਤਾਂ ਉਸ ਟਾਈਮ ਤੁਸੀਂ ਕਿਹੜੇ ਪੁਆਇੰਟਸ ਦਾ ਧਿਆਨ ਰੱਖਣਾ ਹੈ, ਜਿਹਦੇ ਵਿੱਚ ਮੇਨ ਪੁਆਇੰਟਸ ਇਹ ਸੀਗੇ ਕਿ ਤੁਸੀਂ ਆਪਣੇ ਨੋਟਸ ਨੂੰ ਕਿਵੇਂ ਆਰਗੇਨਾਈਜ਼ ਕਰਨਾ ਹੈ, ਕਿ ਤੁਹਾਡੇ ਕਿਹੜੇ ਪੁਆਇੰਟਸ ਨੋਟਸ ਦੇ ਵਿੱਚ ਇਨਕਲੂਡ ਹੋਣੇ ਚਾਹੀਦੇ ਨੇ। ਤੇ ਅੱਜ ਆਪਾਂ ਗੱਲ ਕਰਾਂਗੇ ਕਿ ਜਦੋਂ ਆਪਾਂ ਬੋਲ ਰਹੇ ਹਾਂ ਤਾਂ ਆਪਾਂ ਨੇ ਕਿਹੜੇ ਪੁਆਇੰਟਸ ਦਾ ਧਿਆਨ ਰੱਖਣਾ ਹੈ। ਤੇ ਸਭ ਤੋਂ ਪਹਿਲਾ ਪੁਆਇੰਟ ਆਉਂਦਾ ਹੈ ਸਪੀਕ ਆਫਟਰ ਬੀਪ ਸਾਊਂਡ, ਕਿਉਂਕਿ ਜੋ ਬੱਚਿਆਂ ਨੂੰ ਹਮੇਸ਼ਾ ਇਸ਼ੂ ਆਉਂਦਾ ਹੈ ਕਿ ਜਦੋਂ ਲੈਕਚਰ ਖਤਮ ਹੋਇਆ ਉਹ ਨਾਲ ਦੀ ਨਾਲ ਬੋਲਣਾ ਸ਼ੁਰੂ ਕਰ ਦਿੰਦੇ ਨੇ। ਤਾਂ ਪਹਿਲਾਂ ਇਹਦੇ 'ਚ ਤੁਸੀਂ ਧਿਆਨ ਰੱਖਣਾ ਕਿ ਤੁਹਾਡੇ ਕੋਲ 10 ਸੈਕਿੰਡਸ ਹੁੰਦੇ ਨੇ। 10 ਸੈਕਿੰਡਸ ਦੇ ਵਿੱਚ ਤੁਸੀਂ ਕੁਛ ਨਹੀਂ ਬੋਲਣਾ, ਆਪਣੇ ਆਪ ਨੂੰ ਪ੍ਰਪੇਅਰ ਕਰਨਾ ਹੈ। ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਜਿਹੜੇ ਪੁਆਇੰਟਸ ਲਿਖੇ ਨੇ ਉਹਨਾਂ ਨੂੰ ਇੱਕ ਵਾਰ ਵੇਖ ਸਕਦੇ ਹੋ ਕਿ ਮੈਂ ਕੀ ਲਿਖਿਆ ਹੈ, ਕਿਉਂਕਿ ਕਈ ਵਾਰ ਆਪਾਂ ਇੰਨਾ ਫਾਸਟ ਲਿਖਦੇ ਹਾਂ ਕਿ ਜਦੋਂ ਬੋਲਦੇ ਹਾਂ ਤਾਂ ਉਹ ਚੀਜ਼ ਆਪਾਂ ਨੂੰ ਹੀ ਨਹੀਂ ਸਮਝ ਆਉਂਦੀ ਕਿ ਆਪਾਂ ਨੇ ਕੀ ਲਿਖਿਆ ਹੈ। ਸੋ ਉਸ ਤੋਂ ਬਾਅਦ ਜਦੋਂ 10 ਸੈਕਿੰਡਸ ਓਵਰ ਹੋ ਗਏ ਤਾਂ ਤੁਹਾਨੂੰ ਇੱਕ ਬੀਪ ਸਾਊਂਡ ਸੁਣਾਈ ਦੇਗੀ। ਤੁਸੀਂ ਉਸ ਤੋਂ ਬਾਅਦ ਹੀ ਬੋਲਣਾ ਸਟਾਰਟ ਕਰਨਾ ਹੈ। ਬੀਪ ਸਾਊਂਡ ਤੋਂ ਪਹਿਲੇ ਨਹੀਂ ਬੋਲਣਾ, ਕਿਉਂਕਿ ਜੋ ਵੀ ਤੁਸੀਂ ਬੋਲਿਆ ਉਹ ਤੁਹਾਡੀ ਰਿਕਾਰਡਿੰਗ ਨਹੀਂ ਹੋਏਗੀ। ਸੋ ਆਲਵੇਜ਼ ਸਪੀਕ ਆਫਟਰ ਦੀ ਬੀਪ ਸਾਊਂਡ। ਔਰ ਐਦਾਂ ਵੀ ਨਹੀਂ ਹੈਗਾ ਕਿ ਬੀਪ ਆ ਗਈ ਤੇ ਤੁਸੀਂ ਬੈਠ ਕੇ ਸੋਚ ਰਹੇ ਹੋ ਕਿ ਮੈਂ ਬੋਲਣਾ ਕੀ ਹੈ, ਕਿਉਂਕਿ ਉਸ ਤੋਂ ਬਾਅਦ ਅਗਰ ਤੁਸੀਂ ਬੋਲ ਰਹੇ ਹੋ ਉਹ ਤੁਹਾਡਾ ਰਿਕਾਰਡ ਨਹੀਂ ਹੋਏਗਾ। ਸੈਕਿੰਡ ਪੁਆਇੰਟ ਆਉਂਦਾ ਕੰਟੈਂਟ ਦੀ ਪਾਰਸ਼ਲ ਸਕੋਰਿੰਗ ਹੈਗੀ ਹੈ। ਅਗਰ ਤੁਸੀਂ ਮੇਨ ਪੁਆਇੰਟਸ ਨੂੰ ਕਵਰ ਅਪ ਕਰ ਰਹੇ ਹੋ ਤਾਂ ਤੁਹਾਨੂੰ ਕੰਟੈਂਟ ਦੇ ਮਾਰਕਸ ਮਿਲਣਗੇ 3 to 4 ਮਾਰਕਸ। ਬਟ ਅਗਰ ਇਨ ਕੇਸ ਤੁਸੀਂ ਕੰਟੈਂਟ ਕੁਝ ਵੀ ਨਹੀਂ ਕਵਰ ਅਪ ਕਰ ਰਹੇ ਤਾਂ ਤੁਹਾਨੂੰ ਕੋਈ ਮਾਰਕਸ ਨਹੀਂ ਮਿਲਣਗੇ। ਸੋ ਕੰਟੈਂਟ ਇਜ਼ ਇੰਪੋਰਟੈਂਟ, ਟਰਾਈ ਟੂ ਕਵਰ ਅਪ ਇਟ ਜਿੰਨਾ ਤੁਸੀਂ ਕਰ ਸਕਦੇ ਹੋ। ਬਟ ਕੰਟੈਂਟ ਨੂੰ ਕਵਰ ਕਰਨ ਦੇ ਚੱਕਰ 'ਚ ਤੁਸੀਂ ਆਪਣੀ ਥਰਡ ਪੁਆਇੰਟ ਜਿਹੜਾ ਮੈਂ ਫੋਰਥ ਪੁਆਇੰਟ ਲਿਖਿਆ ਪ੍ਰੋਨੰਸੀਏਸ਼ਨ ਤੇ ਫਲੂਐਂਸੀ ਦਾ ਵੀ ਧਿਆਨ ਰੱਖਣਾ ਹੈ। ਜੇ ਤੁਹਾਨੂੰ ਕੋਈ ਵਰਡਸ ਟਿਪੀਕਲ ਲੱਗ ਰਹੇ ਹੈ ਤਾਂ ਤੁਸੀਂ ਉਹਨਾਂ ਨੂੰ ਫੋਕਸ ਨਹੀਂ ਕਰਨਾ, ਉਹਨਾਂ ਨੂੰ ਨਹੀਂ ਬੋਲਣਾ, ਕਿਉਂਕਿ ਅਗਰ ਤੁਹਾਡੀ ਪ੍ਰੋਨੰਸੀਏਸ਼ਨ ਖਰਾਬ ਹੋ ਰਹੀ ਹੈ ਤਾਂ ਤੁਹਾਡੀ ਫਲੂਐਂਸੀ ਤੇ ਵੀ ਇੰਪੈਕਟ ਪਏਗਾ। ਸੋ ਸਪੀਕ ਕਲੀਅਰਲੀ, ਲਾਊਡਲੀ ਐਂਡ ਵਿਦ ਅ ਮੋਡਰੇਟ ਪੇਸ। ਐਵੇਂ ਬੋਲਣਾ ਹੈ ਕਿ ਜੋ ਤੁਸੀਂ ਬੋਲ ਰਹੇ ਹੋ ਕੰਪਿਊਟਰ ਨੂੰ ਸਮਝ ਆ ਰਿਹਾ ਹੈ ਕਿ ਤੁਸੀਂ ਕੀ ਬੋਲਿਆ ਹੈ। ਤੁਸੀਂ ਬਹੁਤ ਜ਼ਿਆਦਾ ਫਾਸਟ ਨਹੀਂ ਬੋਲਣਾ, ਕਿਉਂਕਿ ਤੁਹਾਡੇ ਕੋਲ 30 ਤੋਂ 35 ਸੈਕਿੰਡਸ ਹੁੰਦੇ ਨੇ ਆਪਣਾ ਜਿਹੜਾ ਰਿਸਪੌਂਸ ਹੈ ਉਹਨੂੰ ਰਿਕਾਰਡ ਕਰਨ ਲਈ। ਸੋ ਉਹਦੇ ਵਿੱਚ ਕਾਫੀ ਕੁਝ ਕਵਰ ਅਪ ਹੋ ਜਾਂਦਾ ਹੈ ਅਗਰ ਤੁਸੀਂ ਆਰਾਮ ਨਾਲ ਉਹਨੂੰ ਬੋਲ ਰਹੇ ਹੋ। ਤੇ ਨੈਕਸਟ ਪੁਆਇੰਟ ਆਉਂਦਾ ਇੰਟੋਨੇਸ਼ਨ। ਇੰਟੋਨੇਸ਼ਨ ਦਾ ਮਤਲਬ ਇਹ ਹੈ ਕਿ ਜੋ ਵਰਡਸ ਤੁਹਾਨੂੰ ਲੱਗਦਾ ਹੈ ਕਿ ਅਗਰ ਤੁਹਾਡੇ ਕੋਲ ਡੇਟਸ ਨੇ ਲੈਕਚਰ ਦੇ ਵਿੱਚ, ਜਾਂ ਤੁਹਾਡੇ ਕੋਲ ਕੁਝ ਈਅਰਸ ਗਿਵਨ ਨੇ, ਜਾਂ ਕਿਸੇ ਕੰਟਰੀ ਦਾ ਨੇਮ ਹੈਗਾ, ਜਾਂ ਫਿਰ ਉਹਨੇ ਕਿਸੇ ਪਾਰਟਿਕੂਲਰ ਟੌਪਿਕ ਦੀ ਗੱਲ ਕੀਤੀ ਹੈ ਤਾਂ ਤੁਸੀਂ ਉਹਨਾਂ ਵਰਡਸ ਨੂੰ ਸਟ੍ਰੈਸ ਦੇ ਕੇ ਬੋਲਣਾ ਹੈ। ਇੰਟੋਨੇਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਕਿੱਥੇ ਵਰਡਸ ਨੂੰ ਸਟ੍ਰੈਸ ਦੇਣੀ ਹੈ, ਕਿੱਥੇ ਵਰਡਸ ਨੂੰ ਸਟ੍ਰੈਸ ਨਹੀਂ ਦੇਣੀ, ਕਿੱਥੇ ਥੋੜਾ ਜਿਹਾ ਪੌਜ਼ ਦੇਣਾ ਹੈ, ਮਤਲਬ ਕਿਵੇਂ ਤੁਸੀਂ ਬੋਲਣਾ ਹੈ। ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਵਾਈਲ ਯੂ ਆਰ ਸਪੀਕਿੰਗ। ਨੈਕਸਟ ਇਜ਼ ਦੀ ਯੂਜ਼ ਕਨੈਕਟਰਸ। ਕਨੈਕਟਰਸ ਦਾ ਮਤਲਬ ਇਹ ਹੈ ਕਿ ਜਿਵੇਂ ਤੁਸੀਂ ਪਹਿਲਾਂ ਲੈਕਚਰ ਦਾ ਟਾਈਟਲ ਦੱਸਤਾ ਕਿ ਹਾਂ ਇਹ ਲੈਕਚਰ ਦਾ ਟਾਈਟਲ ਰਹੇਗਾ, ਉਸ ਤੋਂ ਬਾਅਦ ਤੁਸੀਂ ਸੈਕਿੰਡ ਲਾਈਨ ਬੋਲਣੀ ਹੈ ਤਾਂ ਤੁਸੀਂ ਉੱਥੇ ਕਨੈਕਟਰਸ ਯੂਜ਼ ਕਰਨੇ ਨੇ। ਮੀਨਸ ਯੂ ਕੈਨ ਯੂਜ਼ ਦੇਅਰਫੋਰ, often ਜਾਂ ਫਿਰ moreover, ਮਤਲਬ however, ਐਵੇਂ ਦੇ ਕਨੈਕਟਰਸ ਤੁਸੀਂ ਯੂਜ਼ ਕਰ ਸਕਦੇ ਹੋ। ਇਨ ਕੇਸ ਤੁਹਾਨੂੰ ਟੈਂਪਲੇਟ ਚਾਹੀਦਾ ਤਾਂ ਤੁਸੀਂ ਮੈਨੂੰ ਕੰਟੈਕਟ ਵੀ ਕਰ ਸਕਦੇ ਹੋ, ਕਿਉਂਕਿ ਮੈਂ ਕਨੈਕਟਰਸ ਨੂੰ ਯੂਜ਼ ਕਰਕੇ ਟੈਂਪਲੇਟ ਬਣਾਇਆ ਜੋ ਮੈਂ ਖੁਦ ਵੀ ਫੋਲੋ ਕੀਤਾ ਹੈ। ਸੋ ਤੁਸੀਂ ਕਨੈਕਟਰਸ ਨੂੰ ਜ਼ਰੂਰ ਯੂਜ਼ ਕਰਨਾ ਹੈ, ਕਿਉਂਕਿ ਅਗਰ ਤੁਸੀਂ ਸੈਕਿੰਡ ਪੁਆਇੰਟ ਦੇ ਵਿੱਚ ਕੁਝ ਗੱਲ ਕੀਤੀ ਹੈ ਤਾਂ ਉਹ ਥਰਡ ਪੁਆਇੰਟ ਉਹਦੇ ਲਿੰਕ ਹੋਏਗਾ। ਸੋ ਐਵੇਂ ਤੁਸੀਂ ਆਪਣਾ ਇੱਕ ਟੈਂਪਲੇਟ ਫੋਲੋ ਕਰਨਾ ਹੈ। ਨੈਕਸਟ ਇਜ਼ ਦੀ ਟਾਈਮ ਮੈਨੇਜਮੈਂਟ। ਟਾਈਮ ਮੈਨੇਜਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੋ ਆਡੀਓ ਹੋਏਗੀ ਉਸ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਲਿਖਿਆ, ਜੋ ਤੁਹਾਨੂੰ 10 ਸੈਕਿੰਡਸ ਮਿਲੇ ਉਹਦੇ ਵਿੱਚ ਤੁਸੀਂ ਜੋ ਲਿਖਿਆ ਉਹਨੂੰ ਤੁਸੀਂ ਰੀਡ ਕੀਤਾ ਕਿ ਮੈਂ ਕੀ ਲਿਖਿਆ, ਤੇ ਤੁਸੀਂ ਆਰਗੇਨਾਈਜ਼ ਕਰਕੇ 35 ਸੈਕਿੰਡਸ ਦੇ ਵਿੱਚ ਉਹਨੂੰ ਕੰਪਲੀਟ ਕਰਨਾ ਹੈ। ਮੀਨਸ ਤੁਸੀਂ ਇਹ ਟਰਾਈ ਕਰਨਾ ਹੈ ਕਿ ਤੁਸੀਂ ਮੈਕਸਿਮਮ ਕੰਟੈਂਟ ਕਵਰ ਕਰੋ, ਬਟ ਕੰਟੈਂਟ ਕਵਰ ਕਰਨ ਦੇ ਚੱਕਰ 'ਚ ਤੁਸੀਂ ਇਹ ਨਹੀਂ ਭੁੱਲਣਾ ਕਿ ਤੁਸੀਂ ਕਨਕਲੂਜ਼ਨ ਵੀ ਦੇਣਾ ਹੈ ਤੇ ਤੁਸੀਂ ਟਾਈਟਲ ਵੀ ਦੱਸਣਾ ਹੈ। ਟਾਈਟਲ ਤਾਂ ਤੁਸੀਂ ਫਰਸਟ ਪੁਆਇੰਟ ਦੇ ਵਿੱਚ ਦਿੱਤਾ, ਬਟ ਕਈ ਬੱਚੇ ਕੀ ਕਰਦੇ ਆ ਕਿ ਜਦੋਂ ਕੰਟੈਂਟ ਕਵਰ ਅਪ ਕਰਦੇ ਆ ਤਾਂ ਉਹਨਾਂ ਕੋਲ ਕਨਕਲੂਡ ਕਰਨ ਨੂੰ ਟਾਈਮ ਨਹੀਂ ਬਚਦਾ ਤੇ ਉਹ ਵਿੱਚ ਹੀ ਛੱਡ ਦਿੰਦੇ ਨੇ। ਸੋ ਤੁਸੀਂ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਤੁਹਾਡੇ ਕੋਲ ਕੰਟੈਂਟ ਹੈਗਾ, ਮਤਲਬ ਤੁਹਾਡਾ ਕਨਕਲੂਜ਼ਨ ਨਹੀਂ ਕਵਰ ਅਪ ਹੋ ਰਿਹਾ, ਤਾਂ ਤੁਸੀਂ ਉਹ ਪੁਆਇੰਟਸ ਛੱਡ ਦਿਓ ਬਟ ਆਪਣੇ ਲੈਕਚਰ ਨੂੰ ਕਨਕਲੂਡ ਜ਼ਰੂਰ ਕਰੋ।
ਨੈਕਸਟ ਪੁਆਇੰਟ ਆਉਂਦਾ ਹੈ ਕਿ ਇਫ ਯੂ ਮੇਡ ਐਨੀ ਮਿਸਟੇਕ ਵਾਈਲ ਸਪੀਕਿੰਗ ਡੋਂਟ ਟਰਾਈ ਟੂ ਕਰੈਕਟ ਇਟ, ਗੋ ਅਹੈਡ ਵਿਦਾਊਟ ਐਨੀ ਫੰਬਲਿੰਗ। ਕਈ ਬੱਚੇ ਕੀ ਕਰਦੇ ਆ ਕਿ ਜਦੋਂ ਉਹਨਾਂ ਨੂੰ ਲੱਗਦਾ ਹੈ ਨਾ ਕਿ ਮੈਂ ਆਹ ਵਰਡ ਗਲਤ ਬੋਲਤਾ, ਤਾਂ ਤੁਸੀਂ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਆਪਾਂ ਮੋਸਟਲੀ ਕਰਦੇ ਹਾਂ। ਸੋ ਤੁਸੀਂ ਉਹਨੂੰ ਕਰੈਕਟ ਨਹੀਂ ਕਰਨਾ, ਤੁਸੀਂ ਅਗਲਾ ਵਰਡ ਬੋਲਣਾ ਹੈ। ਮਤਲਬ ਤੁਸੀਂ ਦੁਬਾਰਾ ਉਹੀ ਚੀਜ਼ ਉੱਥੇ ਫੇਰ ਨਹੀਂ ਲੈ ਕੇ ਜਾਣੀ, ਕਿਉਂਕਿ ਉਹ ਤੁਹਾਡੇ ਟਾਈਮ ਲਿਮਿਟ ਵੀ ਹੈਗੀ ਹੈ ਕਿ ਸਾਡੇ ਕੋਲ ਇੰਨਾ ਹੀ ਟਾਈਮ ਹੈ। ਸੋ ਜੋ ਬੋਲਤਾ ਉਹਨੂੰ ਦੁਬਾਰਾ ਇਹ ਨਹੀਂ ਬੋਲਣਾ ਕਿ ਨਹੀਂ ਮੈਂ ਇਹਦੀ ਜਗ੍ਹਾ ਇਹ ਬੋਲਣਾ ਸੀ, ਇਨ ਪਲੇਸ ਆਫ ਦਿਸ, ਇਨ ਪਲੇਸ ਆਫ ਦਿਸ। ਨੋ, ਜਸਟ ਗੋ ਹੈਡ, ਜੋ ਵੀ ਆਪਣਾ ਟਾਈਮ ਹੈਗਾ, ਜੋ ਤੁਸੀਂ ਲੈਕਚਰ ਹੈ ਉਹਨੂੰ ਕੰਪਲੀਟ ਕਰਨਾ ਹੈ। ਨੈਕਸਟ ਹੈ ਆਲਵੇਜ਼ ਸਪੀਕ ਐਟ ਅ ਮੋਡਰੇਟ ਪੇਸ ਐਂਡ ਇਨ ਯੂਅਰ ਨੈਚੁਰਲ ਟੋਨ। ਮੀਨਸ ਤੁਸੀਂ ਇੱਕ ਵਧੀਆ ਜੇ ਵੋਲੀਅਮ ਤੇ ਇੱਕ ਪਰਟੀਕੂਲਰ ਜੀ ਆਪਣੀ ਸਪੀਚ ਰੱਖਣੀ ਹੈ, ਕਿਉਂਕਿ ਇੱਥੇ ਤੁਹਾਡੀ ਸਪੀਚ ਹੀ ਰਿਕੋਗਨਾਈਜ਼ ਹੋ ਰਹੀ ਹੈ। ਐਦਾਂ ਨਹੀਂ ਕਰਨਾ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਬਹੁਤ ਫਾਸਟ ਬੋਲ ਰਹੇ ਹੋ ਤੇ ਜਦੋਂ ਤੱਕ ਤੁਸੀਂ ਲਾਸਟ ਵਿੱਚ ਆਉਂਦੇ ਹੋ ਉੱਥੇ ਤੁਸੀਂ ਬਹੁਤ ਸਲੋ ਹੋ ਰਹੇ ਹੋ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਮਤਲਬ ਤੁਸੀਂ ਇੱਕ ਮੋਡਰੇਟ ਲੈਵਲ ਤੇ ਹੀ ਬੋਲਣਾ ਹੈ, ਤੁਹਾਡੀ ਪਿਚ ਜ਼ਿਆਦਾ ਹਾਈ ਜਾਂ ਪਿਚ ਬਹੁਤ ਲੋ ਨਹੀਂ ਹੋਣੀ ਚਾਹੀਦੀ। ਤੇ ਤੁਸੀਂ ਜੋ ਵੀ ਸਪੀਕਰ ਦਾ ਐਕਸੈਂਟ ਹੈਗਾ ਉਹਨੂੰ ਫੋਲੋ ਕਰਨ ਦੀ ਟਰਾਈ ਨਹੀਂ ਕਰਨੀ। ਜੋ ਤੁਹਾਡੀ ਨੈਚੁਰਲ ਟੋਨ ਹੈਗੀ ਹੈ ਤੁਸੀਂ ਉਸੇ ਟੋਨ ਦੇ ਵਿੱਚ ਬੋਲਣਾ ਹੈ, ਕਿਉਂਕਿ ਉੱਥੇ ਹਰ ਸਪੀਚ ਦਾ ਸੈਂਪਲ ਹੈ। ਮਤਲਬ ਇੰਡੀਆ ਦੇ ਵਿੱਚ ਇੰਗਲਿਸ਼ ਕਿਵੇਂ ਬੋਲੀ ਜਾਂਦੀ ਹੈ, ਬਾਹਰ ਕਿਵੇਂ ਬੋਲੀ ਜਾਂਦੀ ਹੈ, ਉੱਥੇ ਪੀਅਰਸਨ ਦੇ ਵਿੱਚ ਹਰ ਚੀਜ਼ ਦਾ ਸੈਂਪਲ ਹੈ ਕਿ ਤੁਸੀਂ ਕਿਵੇਂ ਬੋਲ ਰਹੇ ਹੋ। ਸੋ ਇਸ ਚੀਜ਼ ਨੂੰ ਤੁਸੀਂ ਅਵੋਇਡ ਕਰਨਾ ਹੈ। ਨੈਕਸਟ ਪੁਆਇੰਟ ਆਉਂਦਾ ਹੈ ਐਟ ਦੀ ਐਂਡ ਕਨਕਲੂਡ ਲੈਕਚਰ। ਆਪਣੇ ਲੈਕਚਰ ਨੂੰ ਕਨਕਲੂਡ ਕਰਨਾ ਹੈ। ਇਫ ਇਨ ਕੇਸ ਯੂ ਹੈਵ ਸ਼ਾਰਟੇਜ ਆਫ ਟਾਈਮ ਦੈਨ ਸਕਿਪ 2 or 3 ਕੀ ਪੁਆਇੰਟਸ। ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਜੇ ਤੁਹਾਨੂੰ ਲੱਗਦਾ ਹੈ ਕਿ ਟਾਈਮ ਪੀਰੀਅਡ ਦੀ ਲਿਮਿਟ ਹੈ, ਤੁਸੀਂ 28 ਸੈਕਿੰਡਸ ਹੋ ਗਏ ਜਾਂ ਕੁਛ ਵੀ ਤੁਹਾਨੂੰ ਲੱਗਦਾ ਕਿ ਬਾਹਰ ਅੱਗੇ ਜਾ ਰਹੀ ਹੈ, ਤਾਂ ਤੁਸੀਂ ਉਸਨੂੰ ਪੁਆਇੰਟਸ ਨੂੰ ਸਕਿਪ ਕਰ ਦਿਓ, ਬਟ ਲੈਕਚਰ ਨੂੰ ਕਨਕਲੂਡ ਜ਼ਰੂਰ ਕਰੋ। ਤੇ ਕਨਕਲੂਜ਼ਨ ਵਾਸਤੇ ਤੁਸੀਂ ਸੈਕਿੰਡ, ਥਰਡ ਜਾਂ ਲਾਸਟ ਲਾਈਨ ਯੂਜ਼ ਕਰ ਸਕਦੇ ਹੋ ਜੋ ਵੀ ਤੁਸੀਂ ਆਡੀਓ ਲੈਕਚਰ ਸੁਣਿਆ। ਤੇ ਨੈਕਸਟ ਮੈਂ ਤੁਹਾਡੇ ਸਾਹਮਣੇ ਇੱਕ ਸੈਂਪਲ ਮਤਲਬ ਦਿਖਾ ਰਹੀ ਹਾਂ। ਮੈਂ ਤੁਹਾਨੂੰ ਵੈਸੇ ਰੀਟੇਲ ਲੈਕਚਰ ਦੀ ਪ੍ਰੈਕਟਿਸ ਤੇ ਵੀ ਬਣਾਵਾਂਗੀ ਵੀਡੀਓਜ਼, ਜਸਟ ਇਹ ਇੱਕ ਮੈਂ ਸਕਰੀਨਸ਼ਾਟ ਲਿਆ ਸੀਗਾ। ਤੇ ਇਹਦੇ ਵਿੱਚ ਜਿਹੜਾ ਸਕਰੀਨਸ਼ਾਟ ਹੈ ਇਹ ਏਪੀ ਯੂਨੀ ਦਾ ਸ਼ਾਟ ਹੈਗਾ। ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਿਆ ਹੋਇਆ ਕਿ ਇੱਥੇ ਪ੍ਰੈਪਰੇਸ਼ਨ ਟਾਈਮ ਚੱਲ ਰਿਹਾ ਹੈ, ਮਤਲਬ ਕਿ ਤੁਹਾਡੇ ਕੋਲ ਕਿੰਨਾ ਟਾਈਮ ਹੈ। ਆਡੀਓ ਜਿਹੜੀ ਸੀਗੀ ਉਹ ਖਤਮ ਹੋ ਗਈ ਤੇ ਆਡੀਓ ਦਾ ਜਿਹੜਾ ਟਾਈਮ ਪੀਰੀਅਡ ਸੀਗਾ ਉਹ 1 ਮਿੰਟ 4 ਸੈਕਿੰਡਸ ਦਾ ਸੀਗਾ, ਤੇ ਉਸ ਤੋਂ ਬਾਅਦ ਬੋਲਣਾ ਸਟਾਰਟ ਕਰਨਾ ਹੈ। ਤੇ ਐਵੇਂ ਦੀ ਤੁਹਾਡੇ ਕੋਲ ਸਕਰੀਨ ਤੇ ਮਤਲਬ ਸਕਰੀਨ ਸ਼ੋ ਹੋਏਗੀ ਕਿ ਹਾਂ ਤੁਹਾਡਾ ਐਵੇਂ ਦੀ ਸਕਰੀਨ ਹੈ, ਤੁਹਾਡਾ ਲੈਕਚਰ 1 ਮਿੰਟ ਦਾ ਸੀਗਾ, ਉਸ ਤੋਂ ਬਾਅਦ ਤੁਹਾਨੂੰ 10 ਸੈਕਿੰਡਸ ਦਾ ਟਾਈਮ ਮਿਲ ਗਿਆ ਤੇ ਉਸ ਤੋਂ ਬਾਅਦ ਇੱਥੇ ਇੱਕ ਬਾਰ ਆਏਗੀ ਜੋ ਕਿ ਇੱਥੇ ਇਸ ਟਾਈਮ ਨਹੀਂ ਸ਼ੋ ਹੋ ਰਹੀ ਕਿਉਂਕਿ ਮੈਂ ਕੁਝ ਬੋਲਿਆ ਨਹੀਂ ਸੀਗਾ, ਤੇ ਉੱਥੇ ਤੁਸੀਂ ਬੋਲਣਾ ਸਟਾਰਟ ਕਰਨਾ ਹੈ। ਕਿਉਂਕਿ ਮੈਂ ਲੈਕਚਰ 19 ਸੈਕਿੰਡਸ ਤੇ ਹੀ ਖਤਮ ਕਰਤਾ ਸੀ ਤਾਂ ਇਸ ਕਰਕੇ ਇਹ ਸਟਾਪ ਇੱਥੇ ਹੋ ਗਿਆ, ਬਟ ਜਿਹੜਾ ਟੋਟਲ ਲੈਕਚਰ ਹੈ ਉਹ 1 ਮਿੰਟ 4 ਸੈਕਿੰਡਸ ਦਾ ਹੈ ਤੇ ਪ੍ਰੈਪਰੇਸ਼ਨ ਟਾਈਮ 10 ਸੈਕਿੰਡਸ ਹੈ, ਉਸ ਤੋਂ ਬਾਅਦ ਬੋਲਣਾ ਸ਼ੁਰੂ ਕਰਨਾ ਹੈ। ਤੇ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ, ਅਗਰ ਤੁਸੀਂ ਏਪੀ ਯੂਨੀ ਤੋਂ ਪ੍ਰੈਕਟਿਸ ਕਰ ਰਹੇ ਹੋ ਤਾਂ ਇੱਥੇ ਤੁਸੀਂ ਇੱਕ ਪਰਟੀਕੂਲਰ ਸਪੀਕਰ ਨਹੀਂ ਸਿਲੈਕਟ ਕਰਨਾ, ਕਿਉਂਕਿ ਫਾਈਨਲ ਦੇ ਵਿੱਚ ਮਤਲਬ ਜੋ ਮੇਰੀ ਬੱਚਿਆਂ ਨਾਲ ਇੰਟਰੈਕਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਇਹ ਇਸ਼ੂ ਆਉਂਦਾ ਹੈ। ਜਦੋਂ ਵੀ ਤੁਸੀਂ ਫਾਈਨਲ ਐਗਜ਼ਾਮ ਦੇ ਰਹੇ ਹੋ ਤਾਂ ਤੁਹਾਨੂੰ ਉੱਥੇ ਇੱਕ ਸਪੀਕਰ ਦੀ ਆਵਾਜ਼ ਨਹੀਂ ਆਏਗੀ, ਬਟ ਜਦੋਂ ਬੱਚੇ ਪ੍ਰੈਕਟਿਸ ਕਰਦੇ ਨੇ ਤਾਂ ਉਹ ਉੱਥੇ ਇੱਕ ਸਪੀਕਰ ਹੀ ਚੂਜ਼ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਪ੍ਰੈਕਟਿਸ ਲੈਵਲ ਹੁੰਦਾ ਉਹ 1.0 ਹੁੰਦਾ ਹੈ। ਜਦੋਂ ਤੁਸੀਂ ਬਿਲਕੁਲ ਸਟਾਰਟ ਕਰ ਰਹੇ ਹੋ ਤਾਂ ਤੁਸੀਂ ਪ੍ਰੈਕਟਿਸ 1.0 ਤੇ ਹੀ ਕਰਨੀ ਹੈ, ਬਟ ਹੁਣ ਤੁਹਾਨੂੰ ਲੱਗਦਾ ਹੈ ਕਿ ਮੇਰਾ ਪ੍ਰੈਕਟਿਸ ਲੈਵਲ ਥੋੜਾ ਹਾਈ ਹੋ ਰਿਹਾ ਤਾਂ ਤੁਸੀਂ ਜਿਹੜੀ ਪ੍ਰੈਕਟਿਸ ਕਰਨੀ ਹੈ ਉਹ 1.2 ਤੇ ਕਰਨੀ ਹੈ। ਤੇ ਇੱਥੇ ਸਪੀਕਰ ਜਿਹੜੀ ਕਰਨਾ ਹੈ ਉਹ ਤੁਸੀਂ ਰੈਂਡਮ ਕਰਨਾ ਹੈ। ਰੈਂਡਮ ਇਨ ਦਾ ਸੈਂਸ ਕਿ ਉਹ ਕਿਸੇ ਲੇਡੀ ਦੀ ਵੌਇਸ ਵੀ ਹੋ ਸਕਦੀ ਹੈ, ਕਿਸੇ ਜੈਂਟਸ ਦੀ ਵੀ ਹੋ ਸਕਦੀ ਹੈ, ਮਤਲਬ ਕਿਸੇ ਦੀ ਵੀ ਆਵਾਜ਼ ਹੋ ਸਕਦੀ ਹੈ। ਫਾਈਨਲ, ਇਹ ਮੇਰਾ ਦੱਸਣ ਦਾ ਮਤਲਬ ਸਿਰਫ ਇੰਨਾ ਹੀ ਹੈ ਤੁਹਾਨੂੰ ਕਿ ਫਾਈਨਲ ਦੇ ਵਿੱਚ ਜਦੋਂ ਤੁਸੀਂ ਪ੍ਰਪੇਅਰ ਕਰਦੇ ਹੋ ਤਾਂ ਤੁਹਾਨੂੰ ਇੱਕ ਵਨ ਪਰਟੀਕੂਲਰ ਸਪੀਕਰ ਦੇ ਲੈਕਚਰਸ ਨਹੀਂ ਆਉਂਦੇ। ਆਡੀਓ ਜਾਂ ਰਿਪੀਟ ਸੈਂਟੈਂਸ ਹੋ ਗਿਆ ਉਹ ਤੁਹਾਨੂੰ ਡਿਫਰੈਂਟ ਸਪੀਕਰਸ ਦੇ ਆਉਂਦੇ ਨੇ। ਸੋ ਤੁਸੀਂ ਇੱਥੇ ਪ੍ਰੈਕਟਿਸ ਰੈਂਡਮ ਕਰਕੇ ਕਰਨੀ ਹੈ ਤੇ ਪਲੱਸ ਜਿਹੜਾ ਤੁਸੀਂ ਲੈਵਲ ਸਿਲੈਕਟ ਕਰਨਾ ਉਹ 1.2 ਕਰਨਾ ਹੈ, ਕਿਉਂਕਿ ਜੋ ਆਡੀਓ ਹੋਏਗੀ ਉਹ ਫਾਸਟ ਹੋਏਗੀ, ਸਲੋ ਨਹੀਂ ਹੋਏਗੀ, ਬਟ ਉਹ ਇੰਨੀ ਵੀ ਫਾਸਟ ਨਹੀਂ ਹੋਏਗੀ ਕਿ ਤੁਹਾਨੂੰ ਕੁਝ ਸੁਣੇਗਾ ਨਹੀਂ। ਸੋ ਉਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਤੇ ਨੈਕਸਟ ਹੈਗਾ ਕਨਕਲੂਜ਼ਨ। ਕਨਕਲੂਜ਼ਨ ਸਿਰਫ ਇੰਨਾ ਹੀ ਹੈ ਰੀਟੇਲ ਲੈਕਚਰ ਦਾ, ਪ੍ਰੈਕਟਿਸ ਹੀ ਹੈ, ਪ੍ਰੈਕਟਿਸ ਇਜ਼ ਦੀ ਓਨਲੀ ਸੋਲਿਊਸ਼ਨ। ਬਿਨਾਂ ਪ੍ਰੈਕਟਿਸ ਕੁਝ ਵੀ ਪੋਸੀਬਲ ਨਹੀਂ ਹੈਗਾ। ਰੀਟੇਲ ਲੈਕਚਰ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ ਐਗਜ਼ਾਮ ਇਵਨ ਫਿਲ ਵੀ ਕਰ ਰਹੇ ਹੋ ਤਾਂ ਵੀ ਤੁਹਾਡੇ ਮਾਰਕਸ ਨਹੀਂ ਆਉਂਦੇ। ਸੋ ਤੁਸੀਂ ਇੱਕ ਸੌਫਟਵੇਅਰ ਤੇ ਰਿਲਾਈ ਨਹੀਂ ਕਰਨਾ,
ਤੁਸੀਂ ਡਿਫਰੈਂਟ ਸੌਫਟਵੇਅਰ ਯੂਜ਼ ਕਰਕੇ ਜਾਂ ਆਪਣਾ ਟੈਂਪਲੇਟ ਚੇਂਜ ਕਰਕੇ ਦੇਖਣਾ ਹੈ ਕਿ ਕਿਸ ਟੈਂਪਲੇਟ ਦੇ ਵਿੱਚ ਮੈਂ ਕੰਫਰਟੇਬਲ ਹੈਗਾ। ਸੋ ਉਹੀ ਟੈਂਪਲੇਟ ਤੁਸੀਂ ਫਾਈਨਲ ਦੇ ਵਿੱਚ ਫੋਲੋ ਕਰਨਾ ਹੈ। ਸੋ ਪ੍ਰੈਕਟਿਸ ਇਜ਼ ਦੀ ਓਨਲੀ ਕੀ ਟੂ ਸਕਸੈਸ। ਸੈਕੰਡ ਇਜ਼ ਦੀ ਸਕਿਪ ਪੌਜ਼ਸ। ਜੋ ਆਪਾਂ ਹਮੇਸ਼ਾ ਬੋਲਦੇ ਹਾਂ ਤਾਂ ਉਹਦੇ ਵਿੱਚ ਪੌਜ਼ਸ ਆਉਂਦੇ ਨੇ, ਜਿਵੇਂ ਆਪਾਂ ਰੁਕ ਗਏ ਜਾਂ ਆਪਾਂ ਨੇ ਆਪਣੇ ਕੁਝ ਫਿਲਰਸ ਯੂਜ਼ ਕਰ ਲਏ, ਉਹ ਚੀਜ਼ ਤੁਸੀਂ ਇੱਥੇ ਅਵੋਇਡ ਕਰਨੀ ਹੈ। ਸਪੀਕ ਕਲੀਅਰਲੀ ਐਂਡ ਫਲੂਐਂਟਲੀ। ਜੋ ਵੀ ਤੁਸੀਂ ਬੋਲ ਰਹੇ ਹੋ ਉਹ ਕਲੀਅਰ ਹੋਣਾ ਚਾਹੀਦਾ ਹੈ, ਤੇ ਤੁਹਾਡਾ ਜਿਹੜਾ ਬੋਲਣਾ ਉਹ ਤੁਸੀਂ ਲਾਊਡਲੀ ਬੋਲਣਾ, ਬਿਲਕੁਲ ਮੂੰਹ ਦੇ ਵਿੱਚ ਨਹੀਂ ਬੋਲਣਾ, ਔਰ ਬਹੁਤ ਜ਼ਿਆਦਾ ਉੱਚੀ ਵੀ ਨਹੀਂ ਬੋਲਣਾ ਤਾਂ ਕਿ ਤੁਹਾਡੀ ਵੌਇਸ ਹੈ ਉਹ ਸਕੈਟਰ ਵੀ ਹੋ ਸਕਦੀ ਹੈ। ਤੇ ਫਲੂਐਂਟਲੀ ਬੋਲਣਾ। ਫਲੂਐਂਟਲੀ ਬੋਲਣ ਦਾ ਮਤਲਬ ਸਿਰਫ ਇਹ ਹੈ ਕਿ ਮੋਡਰੇਟਲੀ ਬੋਲਣਾ ਹੈ, ਐਦਾਂ ਨਹੀਂ ਹੈ ਕਿ ਬਹੁਤ ਫਾਸਟ ਬੋਲ ਰਹੇ ਹੋ। cover the main key points, title, then key points, then conclusion. Next is practice to manage your time, means time is the main issue ਕਿ ਬੱਚਿਆਂ ਨੂੰ ਨਹੀਂ ਪਤਾ ਚੱਲਦਾ ਕਿ ਉਹਨਾਂ ਨੇ time manage ਕਿਵੇਂ ਕਰਨਾ ਹੈ। and just give your best shot। ਮਤਲਬ ਜੋ ਕਰਤਾ ਉਹ ਕਰਤਾ, ਉਹਨੂੰ correct ਨਹੀਂ ਕਰਨਾ। ਜੋ ਕਰ ਰਹੇ ਹੋ ਉਸ ਚੀਜ਼ ਤੇ ਫੋਕਸ ਕਰਨਾ ਹੈ ਕਿ ਉਹ ਤੁਹਾਡੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ। ਜੋ ਹੋ ਗਿਆ ਉਹ ਤੁਸੀਂ ਚੇਂਜ ਨਹੀਂ ਕਰ ਸਕਦੇ। ਸੋ ਉਸ ਤੋਂ ਬਾਅਦ ਵੀ ਜੇ ਤੁਹਾਨੂੰ ਰੀਟੇਲ ਲੈਕਚਰ ਦੇ ਵਿੱਚ ਕੁਝ ਡਾਊਟਸ ਨੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਟੈਂਪਲੇਟ ਚਾਹੀਦਾ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ, ਜਾਂ ਤੁਹਾਨੂੰ ਪ੍ਰੈਕਟਿਸ ਦੀ ਜ਼ਰੂਰਤ ਹੈ ਜਾਂ ਤੁਸੀਂ ਕੋਈ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਮੈਨੂੰ ਇੰਸਟਾਗ੍ਰਾਮ ਅਕਾਊਂਟ ਤੇ ਫੋਲੋ ਵੀ ਕਰ ਸਕਦੇ ਹੋ। ਤੇ ਪਲੀਜ਼ ਇਹਨਾਂ ਵੀਡੀਓਜ਼ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖੋ, ਕਿਉਂਕਿ ਸਾਰੀ ਵੀਡੀਓ ਦੇ ਵਿੱਚ ਕੁਝ ਨਾ ਕੁਝ ਪੁਆਇੰਟਸ ਡਿਸਕਸ ਹੁੰਦੇ ਨੇ। ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।